Hello students, how are you? I hope you are enjoying your days with your family and your study. Okay, so let's do third lesson. And the name of the lesson is Birbal's Khichdi. ਲੈਸਨ ਪੜ੍ਹਨ ਤੋਂ ਪਹਿਲਾਂ ਜੋ ਰੀਡਿੰਗ ਤੋਂ ਪਹਿਲਾਂ ਚੀਜ਼ਾਂ ਚਾਹੀਦੀਆਂ ਆਪਾਂ ਉਹਦੇ ਤੇ ਇੱਕ ਨਿਗਾਹ ਮਾਰ ਲਈਏ। ਸੋ ਉਹਨੂੰ ਆਪਾਂ ਕੀ ਕਹਾਂਗੇ? ਪ੍ਰੀ ਰੀਡਿੰਗ। ਸੋ ਪ੍ਰੀ ਰੀਡਿੰਗ ਆਪਾਂ ਕਿਹੜੀ ਐਕਟੀਵਿਟੀ ਨਾਲ ਕਰਾਂਗੇ? ਐਕਟੀਵਿਟੀ 1 ਕੀ ਕਹਿੰਦੇ ਆ? ਲੁੱਕ ਅਪ ਦ ਫੋਲੋਇੰਗ ਵਰਡਸ ਇਨ ਅ ਡਿਕਸ਼ਨਰੀ। ਹੇਠਾਂ ਦਿੱਤੇ ਹੋਏ ਵਰਡਸ ਡਿਕਸ਼ਨਰੀ ਵਿੱਚ ਦੇਖੋ। ਯੂ ਸ਼ੁੱਡ ਸੀਕ ਦ ਫੋਲੋਇੰਗ ਇਨਫੋਰਮੇਸ਼ਨ ਅਬਾਊਟ ਦ ਵਰਡਸ ਐਂਡ ਪੁੱਟ them in your words notebook। ਆਪਾਂ ਪਿਛਲੀ ਵਾਰ ਕਿਹਾ ਸੀ ਨਾ ਇੱਕ ਵਰਡਸ ਨੋਟਬੁੱਕ ਲਗਾ ਲਓ। ਸੋ ਉਸ ਵਰਡਸ ਨੋਟਬੁੱਕ ਦੇ ਵਿੱਚ ਤੁਸੀਂ ਜਿਹੜੇ ਅੱਜ ਦੇ ਵਰਡਸ ਆਪਾਂ ਇੱਥੇ ਸਿੱਖਾਂਗੇ ਉਹਨਾਂ ਨੂੰ ਤੁਸੀਂ ਲਿਖਣਾ। ਸਿਰਫ ਵਰਡਸ ਨਹੀਂ ਲਿਖਣੇ, ਉਹਨਾਂ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਵੀ ਲਿਖਣੀ ਹੈ। ਕਿਹੜੀ ਆ ਜੋ ਆਪਾਂ ਨੀਚੇ ਪੜ੍ਹਦੇ ਹਾਂ। ਸੋ ਪਹਿਲੀ ਇਨਫੋਰਮੇਸ਼ਨ ਕੀ ਲਿਖਣੀ ਹੈ? ਮੀਨਿੰਗ ਆਫ ਦਾ ਵਰਡ ਐਜ਼ ਯੂਜ਼ਡ ਇਨ ਦਾ ਸਟੋਰੀ। ਜਿੱਦਾਂ ਸਟੋਰੀ ਦੇ ਵਿੱਚ ਇਹਨਾਂ ਦਾ ਵਰਡ ਦਾ ਮੀਨਿੰਗ ਆਇਆ, ਆਪਾਂ ਉਸੇ ਤਰ੍ਹਾਂ ਦਾ ਹੀ ਮੀਨਿੰਗ ਵਰਡ ਨੋਟਬੁੱਕ ਵਿੱਚ ਲਿਖਾਂਗੇ। ਸੈਕਿੰਡ ਹੈ ਪ੍ਰੋਨਾਂਸੀਏਸ਼ਨ। ਅਸੀਂ ਇਹਨਾਂ ਨੂੰ ਦੇਖਾਂਗੇ ਕਿ ਇਹਨਾਂ ਦਾ ਉਚਾਰਨ ਕਿੱਦਾਂ ਕਰਨਾ। ਤੁਸੀਂ ਉਚਾਰਨ ਕਿੱਦਾਂ ਕਰਨਾ ਹੈ ਇਹ ਦੇਖਣ ਲਈ ਡਿਕਸ਼ਨਰੀ ਯੂਜ਼ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਫੋਨ ਯੂਜ਼ ਕਰ ਸਕਦੇ ਹੋ। ਓਕੇ, ਮੋਬਾਈਲ ਫੋਨ 'ਤੇ ਜੇ ਤੁਸੀਂ ਟਾਈਪ ਕਰੋਗੇ ਨਾ ਮੀਨਿੰਗ ਆਫ ਦਿਸ ਵਰਡ ਓਕੇ ਇਨ ਹਿੰਦੀ ਔਰ ਇਨ ਇੰਗਲਿਸ਼, ਤੇ ਉਹਦੇ ਨਾਲ ਹੀ ਇਹਦੀ ਪ੍ਰੋਨਾਂਸੀਏਸ਼ਨ ਵੀ ਆ ਜਾਂਦੀ ਹੈ। ਤੁਸੀਂ ਉੱਥੋਂ ਸੁਣ ਕੇ ਆਪਣੀ ਪ੍ਰੋਨਾਂਸੀਏਸ਼ਨ ਠੀਕ ਕਰ ਸਕਦੇ ਹੋ। Third, words that normally go with the given word. For example, return does not take back with it. ਕਿ ਜਿਸ ਤਰ੍ਹਾਂ word ਹੈ return, ਇਹਦੇ ਨਾਲ ਕਦੀ ਵੀ back ਨਹੀਂ ਆਉਂਦਾ। return ਦਾ ਮਤਲਬ ਹੀ ਹੈ come back ਕਰਨਾ, okay, ਵਾਪਸ ਆਣਾ। So it is not correct to say I returned back from work. So ਸਿਰਫ ਤੁਸੀਂ ਇੰਨਾ ਹੀ ਕਹੋਗੇ I returned from work. So ਆਪਾਂ ਇਹਦੇ ਵਿੱਚ ਇਹ ਵੀ ਦੇਖਾਂਗੇ ਕਿ ਇਹੋ ਜਿਹੇ ਸ਼ਬਦਾਂ ਦੀ ਠੀਕ ਵਰਤੋਂ ਕਿਸ ਤਰ੍ਹਾਂ ਕਰਨੀ ਹੈ। ਫੋਰਥ ਦੇਖਾਂਗੇ ਸਪੈਲਿੰਗਸ। ਓਕੇ, ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਆਪਾਂ ਇਹ ਲੈਸਨ ਸ਼ੁਰੂ ਕਰਾਂਗੇ। ਸੋ ਸਭ ਤੋਂ ਪਹਿਲਾਂ ਕੀ ਲਿਖਿਆ? ਗਲੋਇੰਗ। ਗਲੋਇੰਗ ਕੀ ਹੁੰਦਾ? ਗਲੋ ਕਰਨਾ, ਚਮਕਣਾ, ਚਮਕ ਰਿਹਾ। ਸਟਾਰਵਿੰਗ ਹੁੰਦਾ ਭੁੱਖਾ ਮਰ ਰਿਹਾ। ਫਰੋਜ਼ਨ ਹੁੰਦਾ ਜੰਮਿਆ ਹੋਇਆ। ਐਕਸਟ੍ਰੀਮ ਹੁੰਦਾ, ਇਹਦੇ ਕਈ ਮਤਲਬ ਆਪਾਂ ਲੈਸਨ 'ਚ ਦੇਖਾਂਗੇ ਕੀ ਮਤਲਬ ਹੈ। ਵੈਸੇ ਐਕਸਟ੍ਰੀਮ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ। ਓਕੇ, ਐਕਸਟ੍ਰੀਮ ਦਾ ਮਤਲਬ ਡੇਂਜਰਸ ਵੀ ਹੁੰਦਾ ਤੇ ਐਕਸਟ੍ਰੀਮ ਦਾ ਮਤਲਬ ਕੱਟੜ ਵੀ ਹੁੰਦਾ। ਸੋ ਆਪਾਂ ਇਹਦੇ ਵਿੱਚ ਦੇਖਾਂਗੇ ਕਿ ਕੀ ਹੈ। ਓਕੇ, ਡਿਜ਼ਰਵ ਹੁੰਦਾ ਪਾਤਰ ਜਾਂ ਕਾਬਿਲ, ਕਿ ਮੈਂ ਆਹ ਚੀਜ਼ ਬਣਨ ਲਈ ਡਿਜ਼ਰਵ ਕਰਦਾ ਹਾਂ, ਕਾਬਿਲ ਹਾਂ। ਕੰਸੀਡਰ ਕਰਨਾ ਮਤਲਬ ਵਿਚਾਰਨਾ, ਸਮਝਣਾ, ਵਿਚਾਰ ਅਧੀਨ ਲੈ ਕੇ ਆਉਣਾ। ਵਾਰਮਥ ਹੁੰਦਾ ਨਿੱਘਾ। ਬ੍ਰਾਹਮਣ ਤੁਹਾਨੂੰ ਪਤਾ ਹੀ ਹੈ, ਬ੍ਰਾਹਮਣ ਜਿਹੜੇ ਹੁੰਦੇ ਨੇ ਓਕੇ ਉਹਨਾਂ ਨੂੰ ਬ੍ਰਾਹਮਣ ਕਹਿੰਦੇ ਨੇ। ਲੈਟਸ ਰੀਡ ਦ ਸਟੋਰੀ। ਇਟ ਵਾਜ਼ ਵਿੰਟਰ ਟਾਈਮ। ਇਹ ਸਰਦੀਆਂ ਦਾ ਸਮਾਂ ਸੀ। ਦ ਪੌਂਡਸ ਐਂਡ ਲੇਕਸ ਨੀਅਰ ਅਕਬਰਸ ਪੈਲੇਸ ਵਰ ਆਲ ਫਰੋਜ਼ਨ। ਅਕਬਰ ਦੇ ਮਹਿਲ ਦੇ ਨੇੜੇ ਛੱਪੜ ਅਤੇ ਝੀਲਾਂ ਸਾਰੀਆਂ ਜੰਮ ਗਈਆਂ ਸਨ। ਐਟ ਅਕਬਰਸ ਕੋਰਟ, ਅਕਬਰ ਦੇ ਦਰਬਾਰ ਵਿੱਚ। ਹੁਣ ਅਕਬਰ ਦੇ ਦਰਬਾਰ ਵਿੱਚ ਕੀ ਹੋ ਰਿਹਾ ਆਪਾਂ ਦੇਖਦੇ ਹਾਂ। ਅਕਬਰ ਆਸਕਡ ਬੀਰਬਲ। ਅਕਬਰ ਨੇ ਬੀਰਬਲ ਨੂੰ ਪੁੱਛਿਆ ਟੈਲ ਮੀ ਵਨ ਥਿੰਗ। ਬੀਰਬਲ ਮੈਨੂੰ ਇੱਕ ਚੀਜ਼ ਦੱਸ। ਬੀਰਬਲ ਡੂ ਯੂ ਥਿੰਕ ਅ ਮੈਨ ਵਿਲ ਡੂ ਐਨੀਥਿੰਗ ਫॉर ਮਨੀ। ਕੀ ਤੂੰ ਸੋਚਦਾ ਹੈ ਕਿ ਬੰਦਾ ਪੈਸੇ ਲਈ ਕੁਝ ਵੀ ਕਰੇਗਾ? ਬੀਰਬਲ ਰਿਪਲਾਈਡ। ਬੀਰਬਲ ਨੇ ਜਵਾਬ ਦਿੱਤਾ ਯੈਸ ਯੂਰ ਮੈਜੈਸਟੀ। ਹਾਂ ਮਹਾਰਾਜ। ਅਕਬਰ ਆਰਡਰਡ। ਆਲ ਰਾਈਟ ਦੈਨ ਪ੍ਰੂਵ ਇਟ। ਅਕਬਰ ਨੇ ਹੁਕਮ ਕੀਤਾ ਅੱਛਾ ਠੀਕ ਹੈ ਫਿਰ ਇਹਨੂੰ ਸਾਬਤ ਕਰਕੇ ਦਿਖਾ। The next day, ਅਗਲੇ ਦਿਨ ਬੀਰਬਲ came to the court along with a poor Brahmin. ਬੀਰਬਲ ਅਕਬਰ ਦੇ ਦਰਬਾਰ ਵਿੱਚ ਇੱਕ ਗਰੀਬ ਬ੍ਰਾਹਮਣ ਦੇ ਨਾਲ ਆਇਆ। He was extremely poor and his family was starving. ਉਹ ਬਹੁਤ ਜ਼ਿਆਦਾ ਗਰੀਬ ਸੀ ਅਤੇ ਉਸ ਦਾ ਪਰਿਵਾਰ ਭੁੱਖਾ ਮਰ ਰਿਹਾ ਸੀ। He had no money to feed them. ਉਸ ਕੋਲ ਕੋਈ ਵੀ ਪੈਸਾ ਨਹੀਂ ਸੀ ਉਹਨਾਂ ਨੂੰ ਖਵਾਉਣ ਲਈ। ਬੀਰਬਲ said to the king. ਬੀਰਬਲ ਨੇ ਰਾਜੇ ਨੂੰ ਕਿਹਾ this Brahman is ready to do anything for the sake of money. ਇਹ ਬ੍ਰਾਹਮਣ ਪੈਸੇ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੈ। ਅਕਬਰ asked will he do what I say? ਕਿ ਉਹ ਕਰੇਗਾ ਜੋ ਮੈਂ ਇਹਨੂੰ ਕਹਿੰਦਾ ਹਾਂ। Anything if I get some money to feed my family, said the poor Brahman before Birbal could reply. ਇਸ ਤੋਂ ਪਹਿਲਾਂ ਕਿ ਬੀਰਬਲ ਕੁਝ ਜਵਾਬ ਦੇ ਸਕਿਆ, ਗਰੀਬ ਬ੍ਰਾਹਮਣ ਵਿੱਚ ਹੀ ਬੋਲ ਪਿਆ
ਕੁਝ ਵੀ, ਆਪਣੇ ਪਰਿਵਾਰ ਨੂੰ ਖਵਾਉਣ ਲਈ ਮਿਲਣ ਵਾਲੇ ਪੈਸਿਆਂ ਲਈ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ। The king said to the Brahman, ਰਾਜੇ ਨੇ ਬ੍ਰਾਹਮਣ ਨੂੰ ਕਿਹਾ, stand inside the frozen pond all through the night without any clothes and I'll give you 2000 gold coins। ਰਾਜੇ ਨੇ ਕਿਹਾ ਠੀਕ ਹੈ, ਤੂੰ ਇਸ ਤਰ੍ਹਾਂ ਕਰ, ਜੰਮੇ ਹੋਏ ਤਲਾਬ ਦੇ ਵਿੱਚ ਸਾਰੀ ਰਾਤ ਬਿਨਾਂ ਕੱਪੜਿਆਂ ਦੇ ਖੜਨਾ ਹੈ ਤੇ ਜੇ ਤੂੰ ਇਸ ਤਰ੍ਹਾਂ ਕਰ ਲਿਆ ਤਾਂ ਮੈਂ ਤੈਨੂੰ 2000 ਸੋਨੇ ਦੇ ਸਿੱਕੇ ਦਵਾਂਗਾ। The poor Brahman needed money। ਗਰੀਬ ਬ੍ਰਾਹਮਣ ਨੂੰ ਪੈਸੇ ਚਾਹੀਦੇ ਸਨ। He had no choice। ਉਸ ਕੋਲ ਹੋਰ ਕੋਈ choice ਹੀ ਨਹੀਂ ਸੀ। He stood in the frozen pond all through night shivering। ਸ਼ਿਵਰਿੰਗ ਹੁੰਦਾ ਕੰਬਦਾ ਹੋਇਆ। ਉਹ ਸਾਰੀ ਰਾਤ ਉਸ ਜੰਮੇ ਹੋਏ ਤਲਾਅ ਦੇ ਵਿੱਚ ਖੜਾ ਰਿਹਾ ਕੰਬਦਾ ਹੋਇਆ। In the morning, ਸਵੇਰ ਨੂੰ he returned to Akbar's court to receive his award of 2000 coins। ਸਵੇਰ ਵੇਲੇ ਉਹ ਅਕਬਰ ਦੇ ਦਰਬਾਰ ਵਿੱਚ ਆਇਆ 2000 ਸਿੱਕਿਆਂ ਦਾ ਇਨਾਮ ਲੈਣ ਲਈ। The king asked the Brahman, how could you stand in the frozen pond in such an extreme temperature? So ਇੱਥੇ extreme ਦਾ ਮਤਲਬ ਹੋਏਗਾ extreme temperature, ਇਹ ਦੋਨਾਂ ਵਾਸਤੇ ਵਰਤਿਆ ਜਾਂਦਾ ਹੈ। extreme temperature ਪੋਜ਼ਿਟਿਵ ਵੀ ਹੈ, ਐਕਸਟ੍ਰੀਮ ਟੈਂਪਰੇਚਰ ਨੈਗੇਟਿਵ ਵੀ ਹੈ। ਹੁਣ ਨੈਗੇਟਿਵ ਵਿੱਚ ਐਕਸਟ੍ਰੀਮ ਟੈਂਪਰੇਚਰ ਹੋਵੇ ਤਾਂ ਕੀ ਹੋਏਗਾ, ਬਹੁਤ ਜ਼ਿਆਦਾ ਠੰਡਾ। ਪੋਜ਼ਿਟਿਵ ਵਿੱਚ ਐਕਸਟ੍ਰੀਮ ਟੈਂਪਰੇਚਰ ਹੋਵੇ ਤਾਂ ਬਹੁਤ ਜ਼ਿਆਦਾ ਗਰਮ। ਠੀਕ, ਸੋ ਯਾਨੀ ਇੰਨਾ ਹੀ ਕਹਿੰਦੇ ਜਮਾਉਣ ਵਾਲੇ ਟੈਂਪਰੇਚਰ ਦੇ ਵਿੱਚ ਤੂੰ ਸਾਰੀ ਰਾਤ ਉਸ ਜੰਮੇ ਹੋਏ ਤਲਾਬ ਦੇ ਵਿੱਚ ਖੜਾ ਕਿਵੇਂ ਹੋ ਸਕਿਆ? The innocent Brahman replied, I could see faintly glowing lights of the palace a mile away and that was a ray of hope for me। ਰੇ ਹੁੰਦੀ ਹੈ ਕਿਰਨ, ਹੋਪ ਹੁੰਦੀ ਹੈ ਆਸ਼ਾ। ਸੋ ਉਹ ਮੇਰੇ ਲਈ ਆਸ਼ਾ ਦੀ ਕਿਰਨ ਸੀ। ਕਿਹੜੀ ਚੀਜ਼ ਆਸ਼ਾ ਦੀ ਕਿਰਨ ਸੀ? ਕਹਿੰਦਾ ਮੈਂ ਉਸ ਜੰਮੇ ਹੋਏ ਤਲਾਬ ਵਿੱਚ ਜੋ ਕਿ ਇੱਥੋਂ 1 ਮੀਲ ਦੀ ਦੂਰੀ ਤੇ ਹੈ, ਉੱਥੋਂ ਮੱਧਮ ਪੈਂਦੀਆਂ ਹੋਈਆਂ ਜਗਦੀਆਂ ਹੋਈਆਂ ਇਸ ਰਾਜ ਮਹਿਲ ਦੀਆਂ ਰੋਸ਼ਨੀਆਂ ਨੂੰ ਦੇਖ ਸਕਦਾ ਸੀ ਜਿਹੜਾ ਕਿ ਮੇਰੇ ਲਈ ਆਸ਼ਾ ਦੀ ਕਿਰਨ ਦਾ ਕੰਮ ਕਰਦੀਆਂ ਸਨ। I kept looking at the lights and thinking about my family and they will get food if I continue to stand in the pond। ਮੈਂ ਇਹਨਾਂ ਰੋਸ਼ਨੀਆਂ ਵੱਲ ਦੇਖਦਾ ਰਿਹਾ ਤੇ ਨਾਲ ਆਪਣੀ ਫੈਮਿਲੀ ਬਾਰੇ ਸੋਚਦਾ ਰਿਹਾ ਕਿ ਉਹਨਾਂ ਨੂੰ ਖਾਣ ਨੂੰ ਭੋਜਨ ਮਿਲੇਗਾ ਜੇ ਮੈਂ ਇੱਥੇ ਪੌਂਡ ਵਿੱਚ ਖੜਿਆ ਰਿਹਾ ਇਸ ਜੰਮੇ ਹੋਏ ਤਲਾਬ ਦੇ ਵਿੱਚ। ਯਾਨੀ ਉਧਰੋਂ ਆਉਣ ਵਾਲੀਆਂ ਜਿਹੜੀਆਂ ਕਿਰਨਾਂ ਸੀ ਉਹਨੂੰ ਹੋਪ ਲੱਗ ਰਹੀ ਸੀ ਕਿ ਮਹਿਲ ਦੇ ਵਿੱਚੋਂ ਮੈਨੂੰ ਇਨਾਮ ਮਿਲੇਗਾ। ਉਹ ਆਉਣ ਵਾਲੇ ਰੋਸ਼ਨੀ ਨੂੰ ਇਸ ਤਰ੍ਹਾਂ ਦੇਖ ਰਿਹਾ ਸੀ ਜਿੱਦਾਂ ਉਹਦੀ ਆਸ ਦੀ ਕਿਰਨ ਆ ਰਹੀ ਹੋਵੇ ਕਿ ਇੱਥੇ ਜਿਹੜਾ ਮੈਨੂੰ ਇਨਾਮ ਮਿਲੇਗਾ ਉਹਦੇ ਨਾਲ ਮੈਂ ਆਪਣੀ ਫੈਮਿਲੀ ਨੂੰ ਕੁਝ ਖਾਣ ਪੀਣ ਲਈ ਦੇਵਾਂਗਾ। ਅਕਬਰ ਸਡਨਲੀ ਬਿਕੇਮ ਵੈਰੀ ਸਟਰਨ ਹੁੰਦਾ ਕਠੋਰ। ਓਕੇ, ਜਦੋਂ ਕੋਈ ਕਠੋਰਤਾ ਨਾਲ ਕੰਮ ਲਵੇ। ਓਕੇ, ਹੀ ਸੈਡ ਹਾਰਸ਼ਲੀ ਹੁੰਦਾ ਗੁੱਸੇ ਨਾਲ, ਕੁਰਖਤ ਸੁਭਾਅ ਦੇ ਨਾਲ। ਓ ਬ੍ਰਾਹਮਣ, ਯੂ ਹੈਵ ਚੀਟਡ ਮੀ। ਓ ਬ੍ਰਾਹਮਣ, ਤੂੰ ਮੈਨੂੰ ਧੋਖਾ ਦਿੱਤਾ ਹੈ। I will not give you any reward for this। ਮੈਂ ਤੈਨੂੰ ਇਸ ਲਈ ਕੋਈ ਇਨਾਮ ਨਹੀਂ ਦੇਵਾਂਗਾ। You looked at the palace lights and got warmth from the lights। ਤੂੰ ਰਾਜ ਮਹਿਲ ਦੀਆਂ ਰੋਸ਼ਨੀਆਂ ਵੱਲੋਂ ਦੇਖ ਕੇ ਨਿੱਘ ਪ੍ਰਾਪਤ ਕੀਤੀ ਹੈ। You do not deserve the reward। ਤੂੰ ਰਿਵਾਰਡ ਯਾਨੀ ਇਨਾਮ ਦਾ ਹੱਕਦਾਰ ਨਹੀਂ ਹੈ। Birbal said, Your Majesty, it is impossible to get the warmth from the lights glowing so far away। ਮਹਾਰਾਜ, ਇਹ ਨਾਮੁਮਕਿਨ ਹੈ ਕਿ ਇੰਨੀ ਦੂਰੋਂ ਕਿਸੇ ਰੋਸ਼ਨੀ ਦਾ ਨਿੱਘ ਇੰਨੀ ਦੂਰ ਪਹੁੰਚ ਸਕੇ। ਅਕਬਰ did not listen to him। ਅਕਬਰ ਨੇ ਉਸ ਨੂੰ ਨਹੀਂ ਸੁਣਿਆ। How could the poor Brahman argue with the emperor? ਇੱਕ ਗਰੀਬ ਬ੍ਰਾਹਮਣ ਕਿਸ ਤਰ੍ਹਾਂ ਇੱਕ ਸਮਰਾਟ ਦੇ ਨਾਲ ਬਹਿਸਬਾਜ਼ੀ ਕਰ ਸਕਦਾ ਸੀ। He returned disappointed and barehanded from Akbar's court। ਉਹ ਬੜਾ ਨਿਰਾਸ਼ ਅਤੇ ਖਾਲੀ ਹੱਥ, barehanded ਹੁੰਦਾ ਖਾਲੀ ਹੱਥ। ਉਹ ਬੜਾ ਨਿਰਾਸ਼ disappointed ਅਤੇ ਖਾਲੀ ਹੱਥ barehanded ਅਕਬਰ ਦੇ ਦਰਬਾਰ ਦੇ ਵਿੱਚੋਂ ਵਾਪਸ ਆਇਆ। The next day, ਅਗਲੇ ਦਿਨ, ਬੀਰਬਲ did not go to Akbar's court। ਅਗਲੇ ਦਿਨ ਬੀਰਬਲ ਅਕਬਰ ਦੇ ਦਰਬਾਰ ਵਿੱਚ ਨਹੀਂ ਗਿਆ।
he sent a messenger to the emperor saying that he would come to the court only after his khichdi gets cooked. उसने कासिद दे हथ यानी मैसेंजर यानी सुनेहा देण वाला, उसने सुनेहा देण वाले दे हथ एक सुनेहा पहुंचाया किदे वल, एम्परर वल यानी सम्राट वल, कि ਉਹ ਉਦੋਂ ਹੀ ਮਹਾਰਾਜ ਦੇ ਦਰਬਾਰ ਵਿੱਚ ਆ ਸਕੇਗਾ ਜਦੋਂ ਉਹਦੀ ਖਿਚੜੀ ਪੱਕ ਜਾਏਗੀ। ਬੀਰਬਲ did not turn up even after 5 days. turn up ਹੁੰਦਾ ਮੁੜਿਆ, ਬੀਰਬਲ 5 ਦਿਨ ਬਾਅਦ ਵੀ ਨਹੀਂ ਮੁੜਿਆ। The emperor himself went to ਬੀਰਬਲ's house. ਸੋ ਸਮਰਾਟ ਅਕਬਰ ਖੁਦ ਬੀਰਬਲ ਦੇ ਘਰ ਗਏ to see what he was doing. ਇਹ ਦੇਖਣ ਲਈ ਕਿ ਉਹ ਕੀ ਕਰ ਰਿਹਾ ਸੀ। He saw that Birbal had lit the fire and kept the pot of uncooked khichdi 1 yard above the fire. ਉਹਨਾਂ ਨੇ ਦੇਖਿਆ ਕਿ ਬੀਰਬਲ ਨੇ ਅੱਗ ਬਾਲੀ ਹੋਈ ਹੈ ਅਤੇ ਦੂਸਰੇ ਪਾਸੇ ਇੱਕ ਪਤੀਲੇ ਵਿੱਚ, ਪੋਟ ਵਿੱਚ ਅਨਕੁਕਡ ਖਿਚੜੀ ਯਾਨੀ ਖਿਚੜੀ ਨੂੰ ਬਣਾਉਣ ਲਈ ਜਿਹੜਾ ਸਮਾਨ ਹੁੰਦਾ, ਚਾਵਲ ਹੋ ਗਏ ਜਾਂ ਹੋਰ ਚੀਜ਼ਾਂ, ਉਹ ਸਾਰੀਆਂ ਉਹਦੇ 'ਚ ਪਾਈਆਂ ਹੋਈਆਂ 1 yard above the fire. ਉਹਨੂੰ ਰੱਖਿਆ ਕਿਤੇ ਹੋਇਆ, ਅੱਗ ਤੋਂ 1 ਯਾਰਡ ਯਾਨੀ 1 ਮੀਟਰ ਦੀ ਦੂਰੀ ਤੇ। ਓਕੇ, ਅਕਬਰ said, Birbal, I considered you to be the wisest in this country, but you have proved me wrong. ਅਕਬਰ ਨੇ ਕਿਹਾ, ਬੀਰਬਲ, ਮੈਂ ਤਾਂ ਤੈਨੂੰ ਇਸ ਦੇਸ਼ ਦਾ ਸਭ ਤੋਂ ਸਿਆਣਾ ਬੰਦਾ ਮੰਨਦਾ ਸੀ, ਪਰ ਤੂੰ ਮੈਨੂੰ ਗਲਤ ਸਾਬਤ ਕਰ ਦਿੱਤਾ। ਬੀਰਬਲ said, Why, your majesty? ਕਿ ਮਹਾਰਾਜ ਇਦਾਂ ਕਿਉਂ ਤੁਹਾਨੂੰ ਲੱਗਿਆ? ਅਕਬਰ said, How will the khichdi get cooked when it is 1 yard above the fire? ਕਿ ਤੂੰ ਇਹ ਦੱਸ ਕਿ ਖਿਚੜੀ ਪੱਕੇਗੀ ਕਿੱਦਾਂ ਜੇ ਇਹ ਅੱਗ ਤੋਂ 1 ਯਾਰਡ ਦੀ ਦੂਰੀ ਤੇ ਹੋਏਗੀ? What is wrong with you, ਬੀਰਬਲ? ਬੀਰਬਲ, ਤੈਨੂੰ ਹੋ ਕੀ ਗਿਆ? ਬੀਰਬਲ kept stirring the pot and replied. ਬੀਰਬਲ ਨੇ ਸਟੀਅਰਿੰਗ ਹੁੰਦਾ ਕੜਛੀ ਫੇਰਨਾ, ਘੁਲਾਣਾ ਕਿਸੇ ਚੀਜ਼ ਨੂੰ, ਸਟਰ ਕਰਨਾ। ਬੀਰਬਲ ਉਸ ਪੋਟ, ਪਤੀਲਾ, ਗੜਵੀ ਉਸ ਨੂੰ ਘੁਲਾਉਂਦਾ ਰਿਹਾ ਅਤੇ ਜਵਾਬ ਦਿੱਤਾ, ਓ ਮਾਈ ਗ੍ਰੇਟ ਐਂਪਰਰ, ਹੇ ਮੇਰੇ ਮਹਾਨ ਸਮਰਾਟ, when it is possible for a person to receive warmth from the faintly glowing lights a mile away. ਕਹਿੰਦਾ ਜਦੋਂ ਇਹ ਪੋਸੀਬਲ ਹੈ ਕਿ ਇੱਕ ਵਿਅਕਤੀ 1 ਮੀਲ ਦੂਰ ਜਗਦੀਆਂ ਹੋਈਆਂ ਮੱਧਮ ਰੋਸ਼ਨੀਆਂ ਤੋਂ ਨਿੱਘ ਲੈ ਸਕਦਾ ਹੈ, then it should be possible for this khichdi which is just a yard above the fire to get cooked. ਫਿਰ ਤਾਂ ਇਸ ਖਿਚੜੀ ਲਈ ਵੀ ਪੋਸੀਬਲ ਹੈ ਜਿਹੜੀ ਸਿਰਫ 1 ਯਾਰਡ 1 ਮੀਟਰ ਹੀ ਦੂਰ ਹੈ ਫਾਇਰ ਤੋਂ, ਕਿ ਇਹ ਵੀ ਬਣ ਸਕਦੀ ਹੈ। ਅਕਬਰ ਰਿਅਲਾਈਜ਼ਡ ਹਿਜ਼ ਮਿਸਟੇਕ. ਅਕਬਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਹੀ ਕਾਲਡ ਦਾ ਪੂਅਰ ਬ੍ਰਾਹਮਣ ਐਂਡ ਗੇਵ ਹਿਮ 2000 ਗੋਲਡ ਕੋਇਨਸ. ਉਸਨੇ ਵਿਚਾਰੇ ਗਰੀਬ ਬ੍ਰਾਹਮਣ ਨੂੰ ਬੁਲਾਇਆ ਅਤੇ 2000 ਸੋਨੇ ਦੇ ਸਿੱਕੇ ਇਨਾਮ ਵਜੋਂ ਦਿੱਤੇ। ਅਕਬਰ was happy that Birbal had helped him to realize his mistake. ਅਕਬਰ ਇਸ ਗੱਲ 'ਚ ਵੀ ਖੁਸ਼ ਸੀ ਕਿ ਬੀਰਬਲ ਨੇ ਅਕਬਰ ਨੂੰ ਅਕਬਰ ਦੀ ਗਲਤੀ ਦਾ ਅਹਿਸਾਸ ਕਰਾਇਆ। ਸੋ ਆਈ ਹੋਪ ਯੂ ਲਾਈਕ ਦਿਸ ਸਟੋਰੀ। ਸੋ ਦੇਖਿਆ ਪਿਆਰੇ ਬੱਚਿਓ, ਕਈ ਵਾਰ ਜੋ ਵੱਡੇ ਬੰਦੇ ਵੀ ਹੁੰਦੇ ਹਨ ਉਹ ਗਲਤੀ ਕਰ ਬੈਠਦੇ ਹਨ, ਪਰ ਜਦੋਂ ਅਸੀਂ ਕਿਸੇ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਾਈਏ ਤੇ ਅੱਛੇ ਤਰੀਕੇ ਨਾਲ ਕਰਾਈਏ, ਓਕੇ, ਬਜਾਏ ਕਿ ਕਿਸੇ ਦਾ ਦਿਲ ਦੁਖਾਉਣ ਦੇ, ਉਹ ਵੱਡੇ ਤੋਂ ਵੱਡਾ ਬੰਦਾ ਵੀ ਆਪਣੀ ਗਲਤੀ ਜਿਹੜੀ ਹੈ ਕਬੂਲ ਕਰ ਲੈਂਦਾ ਹੈ ਤੇ ਉਸ ਨੂੰ ਠੀਕ ਕਰ ਲੈਂਦਾ ਹੈ। ਸੋ ਅਸੀਂ ਵੀ ਜਦੋਂ ਕਿਸੇ ਦੀ ਗਲਤੀ ਦਾ ਅਹਿਸਾਸ ਕਰਾਉਣਾ ਬਹੁਤ ਅੱਛੇ ਤਰੀਕੇ ਨਾਲ ਕਰਾਉਣਾ ਤਾਂ ਕਿ ਉਹਦਾ ਦਿਲ ਵੀ ਨਾ ਦੁਖੇ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਜਾਏ ਤੇ ਉਹ ਆਪਣੇ ਆਪ ਸਿੱਖੇ ਕਿ ਮੈਂ ਹਾਂ ਗਲਤੀ ਕੀਤੀ ਸੀ। ਓਕੇ, ਸੋ ਲੈਟਸ ਡੂ ਵੋਕੈਬਲਰੀ ਐਕਸਪੈਂਸ਼ਨ। ਆਓ ਆਪਣੇ ਸ਼ਬਦ ਭੰਡਾਰ ਵਿੱਚ ਆਪਾਂ ਵਾਧਾ ਕਰਦੇ ਹਾਂ। ਅੱਜ ਅਸੀਂ ਕਰਾਂਗੇ ਪ੍ਰੀਫਿਕਸਿਸ ਐਂਡ ਸਫਿਕਸਿਸ, ਯਾਨੀ ਅਗੇਤਰ ਤੇ ਪਿਛੇਤਰ। ਸੋ ਐਗਜ਼ਾਮਪਲ ਤੋਂ ਸ਼ੁਰੂ ਕਰਦੇ ਹਾਂ। ਦਾ ਵਰਡ ਅਨਕੁਕਡ can be broken as under. ਹੁਣ ਇੱਕ ਸ਼ਬਦ ਹੈ uncooked, ਇਹਨੂੰ ਹੁਣ ਬ੍ਰੇਕ ਕਰਨਾ ਕਿੱਦਾਂ ਕਰਾਂਗੇ? uncook ਫਿਰ ed. so in the example above, un is a prefix to cook and ed is a suffix. so cook
एक शब्द है बनाना, जे उस तो पहला अन लग जाए वो की बन जाएगा अगेतर यानी प्रीफिक्स, ਉਹਦੇ ਪਿੱਛੇ ईडी लग गया ਐਡ ਤੇ ਉਹ ਕੀ ਬਣ ਜਾਏਗਾ ਸਫਿਕਸ ਯਾਨੀ ਪਿਛੇਤਰ। ਸੋ ਇਹਨੂੰ ਹੀ ਆਪਾਂ ਅਗੇਤਰ ਪਿਛੇਤਰ ਕਹਿੰਦੇ ਹਾਂ। ਸੋ ਇਹ ਕਈ ਤਰ੍ਹਾਂ ਦੇ ਹੁੰਦੇ ਨੇ। ਪ੍ਰੀਫਿਕਸ ਕਿਹੜੇ ਕਿਹੜੇ ਹੁੰਦੇ ਆ? ਨੋਨ, ਅਨ, ਇਮ, ਇਨ, ਇਲ, ਇਰ। ਓਕੇ, ਤੇ ਲੱਗਦੇ ਤੇ ਇਹਨਾਂ ਦਾ ਮਤਲਬ ਕੀ ਹੁੰਦਾ ਹੈ? ਨੋਟ ਜਾਂ ਓਪੋਜ਼ਿਟ। ਜਿਵੇਂ ਮੰਨ ਲਓ ਸੈਂਸ यानी समझ, नॉन सेंस जिन्हों समझ नहीं है, हैप्पी यानी खुश, अनहैप्पी जिहड़ा खुश नहीं है। इस तरह री, ओके, ਇਹਦਾ मीनिंग ਕੀ ਹੁੰਦਾ? अगेन, दोबारा, बैक, रीविजिट, दोबारा आओ, रीप्ले, दोबारा प्ले करना। मिस, मिस ਹੁੰਦਾ wrongly ਜਾਂ नोट। मिसअंडरस्टैंड, मैं इसनूं अंडरस्टैंड नहीं कर पाया ਜਾਂ गलत अंडरस्टैंडिंग कर ली। ओके, ਉਹ ਕੀ ਹੁੰਦਾ? मिसअंडरस्टैंड। डी, डी ਹੁੰਦਾ रिवर्स यानी उल्टा। रिमूव आउट ऑफ यानी एक जगह तो किसी ਨੂੰ हटा देना। ਡੀਐਕਟੀਵੇਟ करना, ਡੀਹਾਈਡਰੇਟ। ओके, ਡੀਐਕਟੀਵੇਟ करना ਕੀ ਹੁੰਦਾ? यानी जे तुसी अपने मोबाइल या कंप्यूटर विच एंटीवायरस एक्टिवेट किया होया वो की करेगा? तुहाडे वायरस तुहाडे कंप्यूटर ਨੂੰ वायरस तो बचाएगा। तो जे तुसी उन्होंने ਡੀਐਕਟੀਵੇਟ कर दोगे यानी बंद कर दोगे या उस जगह तो रिमूव कर दोगे तो उन्होंने आप इंग्लिश कहेंगे ਡੀਐਕਟੀਵੇਟ। इस तरह ਡੀਹਾइड्रेट, हाइड्रेट होंदा पानी पहुँचाना, तो ਡੀਹਾइड्रेट यानी पानी पहुँचना बंद हो जाए, पानी निकलना शुरू हो जाए। को होंदा विद, टुगेदर यानी नाल। को एग्जिस्ट, एग्जिस्ट का मतलब होंदा होंद। को एग्जिस्ट सह होंद, ਜਦੋਂ ਦੋ ਜਣੇ ਇਕੱਠੇ ਮਿਲ ਕੇ ਰਹਿਣ ਉਹਨੂੰ ਕਹਿੰਦੇ ਨੇ ਉਹ ਕੋ ਐਗਜ਼ਿਸਟ ਕਰ ਰਹੇ ਆ। ਡਿਸ, ਡੀ, ਸੋ ਇਹਦਾ ਮਤਲਬ ਕੀ ਹੈ? ਸੈਪਰੇਸ਼ਨ यानी ਅਲੱਗ ਹੋਣਾ, ਅਵੇ ਦੂਰ ਚਲੇ ਜਾਣਾ, ਅਪਾਰਟ ਇੱਕ ਤੋਂ ਦੂਜਾ ਅਲੱਗ ਹੋ ਜਾਵੇ, ਟੂ यानी ਦੋ। ਡਿਸਲਾਈਕ, ਡਿਸਲਾਈਕ ਕਰਨਾ यानी ਪਹਿਲਾਂ ਲਾਈਕ ਕਰਦੇ ਸੀ ਪਰ ਹੁਣ ਲਾਈਕ ਨਹੀਂ ਕਰਦੇ। ਓਕੇ, ਡਿਸਲਾਈਕ। ਡਾਇਐਸਿਡ, ਸੋ ਡਾਈ ਦਾ ਮਤਲਬ ਟੂ, ਡਾਇਐਸਿਡ ਜਦੋਂ ਦੋ ਐਸਿਡ ਇਕੱਠੇ ਹੋਣ ਉਹਨੂੰ ਕਹਿੰਦੇ ਡਾਇਐਸਿਡ। ਚਲੋ ਹੁਣ ਆਪਾਂ ਸਫਿਕਸ ਕਰਦੇ ਹਾਂ। ਐਗਜ਼ਾਮਪਲ ਤੇ ਆ ਜਾਓ। ER ਤੇ OR, ਇਹਨਾਂ ਦਾ ਮਤਲਬ ਹੁੰਦਾ ਵਨ ਹੂ ਯਾਨੀ ਉਹ ਜਿਹੜਾ, ਤੇ ਜਾਂ ਇਹਦਾ ਮਤਲਬ ਹੁੰਦਾ ਜਦੋਂ ਅਸੀਂ ਕੋਈ ਕੰਪੈਰੀਜ਼ਨ ਸ਼ੋ ਕਰਨਾ ਹੋਵੇ ਉਦੋਂ ਵੀ ER ਤੇ OR ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਟੀਚਰ, ਵਨ ਹੂ ਟੀਚਿਸ। ਫਾਸਟਰ, when we compare। ਨੈਕਸਟ ਏਬਲ ਜਾਂ ਇਬਲ। ਓਕੇ, ਸੋ ਉਹਦਾ ਮਤਲਬ ਹੁੰਦਾ ਕੋਈ ਕੰਮ ਕਰਨ ਦੇ ਯੋਗ, ਕੈਪੇਬਲ। ਸੋ ਅਨਫੋਰਗੇਟੇਬਲ ਨਾ ਭੁੱਲਣ ਯੋਗ। ਰਿਵਰਸੇਬਲ ਜਿਸ ਨੂੰ ਅਸੀਂ ਉਲਟਾ ਕੇ ਵੀ ਪਾ ਸਕਦੇ ਹੋਈਏ। ਡ ਤੇ ਐਡ, ਸੋ ਇਹ ਵਰਤੋਂ ਚਾਹੁੰਦੇ ਨੇ ਜਦੋਂ ਅਸੀਂ ਪਾਸਟ ਟੈਂਸ ਬਣਾਉਣਾ ਹੋਵੇ ਜਾਂ ਜਦੋਂ ਦੱਸਣਾ ਹੋਵੇ ਕੋਈ ਕੁਆਲਿਟੀ ਬਾਰੇ। ਜਿੱਦਾਂ ਐਡਡ, ਇਹ ਸੈਕਿੰਡ ਫਾਰਮ ਹੋ ਗਈ। ਲਵਡ, ਇਹ ਕੋਈ ਕੁਆਲਿਟੀ ਹੋਗੀ। ਠੀਕ ਹੈ, ਹੀ ਇਜ਼ ਮਾਈ ਲਵਡ ਵਨ, ਉਹ ਮੇਰਾ ਇੱਕ ਪਿਆਰਾ ਹੈ। ਇੰਗ, ਇੰਗ ਦੀ ਵਰਤੋਂ ਹੁੰਦੀ ਹੈ ਫਾਰਮਿੰਗ ਅ ਜੈਰੈਂਡ, ਮੀਨਿੰਗ ਐਨ ਐਕਟ ਫॉर ਦਾ ਪ੍ਰੈਜ਼ੈਂਟ ਪਾਰਟਿਸਿਪਲ। ਸੋ ਜੈਰੈਂਡ ਹੁੰਦਾ ਜਦੋਂ ਅਸੀਂ ਕਿਸੇ ਕਿਰਿਆ ਨੂੰ ਇੱਕ ਨਾਮ ਦੇ ਦਿੰਦੇ ਆ, ਉਹਨੂੰ ਆਪਾਂ ਕਹਿੰਦੇ ਆ ਜੈਰੈਂਡ। ਐਸੇ ਤਰ੍ਹਾਂ ਜਿਵੇਂ ਮੰਨ ਲਓ ਮੈਂ ਗਾਣਾ ਗਾਉਂਦਾ ਹਾਂ, ਆਈ ਸਿੰਗ ਅ ਸੌਂਗ। ਓਕੇ, ਤੇ ਜੇ ਮੈਂ ਕਹਣਾ ਵੀ ਯਾਰ ਤੇਰੀ ਸਿੰਗਿੰਗ ਬੜੀ ਅੱਛੀ ਹੈ, ਸੋ ਇੱਥੇ ਮੈਂ ਹੁਣ ਕੋਈ ਕੰਮ ਤਾਂ ਨਹੀਂ ਕਰ ਰਿਹਾ, ਮੈਂ ਗਾਣਾ ਗਾਉਣ ਦੀ ਕਿਰਿਆ ਨੂੰ ਕੀ ਨਾਮ ਦਿੱਤਾ? ਸਿੰਗਿੰਗ। ਸੋ ਕੀ ਬਣ ਗਿਆ? ਜੈਰੈਂਡ। ਸੋ ING ਕਿੱਥੇ ਲੱਗਦਾ? ਜਦੋਂ ਜੈਰੈਂਡ ਬਣਾਉਣਾ ਹੋਵੇ ਜਾਂ ਜਦੋਂ ਕੋਈ ਕੰਟੀਨਿਊਸ ਟੈਂਸ ਦੱਸਣਾ ਹੋਵੇ ਉਦੋਂ ਆਪਾਂ ING ਲਗਾ ਦਿੰਦੇ ਆ। ਮੈਂਟ, ਮੈਂਟ ਹੁੰਦਾ ਐਕਟ, ਕੰਮ ਕਰਨਾ, ਜਾਂ ਸਟੇਟ ਔਰ ਰਿਜ਼ਲਟ ਆਫ ਐਨ ਐਕਸ਼ਨ, ਜਾਂ ਕਿਸੇ ਵੀ ਕੰਮ ਦੀ ਸਥਿਤੀ ਤੇ ਜਾਂ ਉਸ ਦਾ ਰਿਜ਼ਲਟ। किस तरह? सो अपॉइंटमेंट, अपॉइंटमेंट क्यों होता है? भर्ती, गवर्नमेंट, सरकार। ठीक है। इव, हैविंग द क्वालिटी ऑफ, ਜਦੋਂ ਕੋਈ ਕੁਆਲਿਟੀ ਸਾਡੇ 'ਚ ਹੋਵੇ ਉਦੋਂ ਇਵ ਦੀ ਵਰਤੋਂ ਹੋ ਜਾਂਦੀ। ਜਿਵੇਂ ਕ੍ਰੀਏਟਿਵ ਵੀ ਉਸ ਦੇ ਵਿੱਚ ਕ੍ਰੀਏਟ ਕਰਨ ਦੀ ਕੁਆਲਿਟੀ ਹੈ। ਡਿਵਾਈਸਿਵ, ਡਿਵਾਈਸਿਵ ਹੁੰਦਾ ਵੰਡਣ ਵਾਲਾ। Now let us look at some words from the story and see how we can break them. In the word impossible, im is a prefix and in the word national, al is a suffix. So ਆਓ ਆਪਾਂ ਦੇਖੀਏ ਹੁਣ ਜਿਹੜੇ ਨੀਚੇ ਵਰਡਸ ਦਿੱਤੇ ਨੇ ਅਸੀਂ ਉਹਨਾਂ ਨੂੰ ਕਿੱਦਾਂ ਤੋੜ ਕੇ ਅਗੇਤਰ ਜਾਂ ਪਛੇਤਰ ਉਹਨਾਂ ਚੋਂ ਅਲੱਗ ਕਰ ਸਕਦੇ ਹਾਂ। ਦੇਖਦੇ ਹਾਂ। ਸੋ ਜਿਸ ਤਰ੍ਹਾਂ impossible ਵਿੱਚ im ਜੋ ਹੈ ਉਹ ਅਗੇਤਰ ਹੈ, ਜਿੱਦਾਂ
प्रीफिक्स है ਤੇ ਨੈਸ਼ਨਲ ਵਿੱਚ ਅਲ ਕੀ ਹੈ ਪਿਛੇਤਰ ਯਾਨੀ ਸਫਿਕਸ ਆਪਾਂ ਹੁਣ ਨੀਚੇ ਦਿੱਤੇ ਹੋਏ ਵਰਡਸ ਵਿੱਚੋਂ ਵੀ ਇਹੀ ਲੱਭਾਂਗੇ ਫਰੋਜ਼ਨ ਸੋ ਫਰੀਜ਼ ਹੁੰਦਾ ਜੰਮ ਜਾਣਾ ਫਰੀਜ਼ ਦੀ ਸੈਕਿੰਡ ਫਾਰਮ ਫਰੋਜ਼ ਥਰਡ ਫਾਰਮ ਫਰੋਜ਼ਨ ਸੋ ਫਰੋਜ਼ ਹੁੰਦਾ ਠੰਡਾ ਹੋਇਆ ਓਕੇ ਸੋ ਅਨ ਈ ਐਨ ਅਨ एक ही हो जाएगा सफिक्स आगे की है रिटर्न री हुंदा दोबारा सो री पहला लग गया सो ये अगेतर बन गया यानी प्रीफिक्स एक्सट्रीमली ली सफिक्स डिसअपॉइंटेड डिस प्रीफिक्स शिवरिंग शिवर हुंदा कंबना इंग यानी कंब रहा आईएनजी लग गया सो एक ही हो जाएगा सफिक्स वाइजेस्ट वाइज एस्ट एस्ट सफिक्स realize real eyes suffix eyes हो जाएगा looking ing so a ing की हो गया suffix now activity third read and comprehend आओ इन्हां नूं पढ़िए अते समझिए question answer write answers to the following questions what time of the year was it in the story ਦੇ ਵਿੱਚ ਸਾਲ ਦੇ ਕਿਹੜੇ ਸਮੇਂ ਦੀ ਗੱਲ ਕੀਤੀ ਹੋਈ ਹੈ So answer क्या आएगा? It was winter season in the story. What had happened to the ponds and lakes? तालाब ਅਤੇ ਝੀਲਾਂ ਨੂੰ ਕੀ ਹੋਇਆ ਸੀ ਸਟੋਰੀ ਵਿੱਚ? The ponds and lakes were all frozen. ਇਹ ਸਾਰੀਆਂ ਕੀ ਹੋ ਗਈਆਂ ਸੀ? ਜੰਮ ਗਈਆਂ ਸੀ. Third, what did Akbar want to know? ਅਕਬਰ ਕੀ ਜਾਣਨਾ ਚਾਹੁੰਦਾ ਸੀ ਬੀਰਬਲ ਤੋਂ? ਉਹਨੇ ਬੀਰਬਲ ਤੋਂ ਕੀ ਪੁੱਛਿਆ ਸੀ? Akbar wanted to know whether a man would do anything for money. Next, why did the Brahman accept Akbar's challenge? Brahman ने अकबर दा challenge क्यों स्वीकार कर लिया सी? So the Brahman accepted the challenge of Akbar because he wanted to get some money to feed his family. Fifth, how much money did Akbar agree to give to the Brahman? So answer क्या आएगा? Akbar agreed to give 2000 gold coins to the Brahman. Activity 4, who said to whom? Write in the given space. ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਦਿੱਤੀ ਹੋਈ ਜਗ੍ਹਾ ਤੇ ਲਿਖੋ Stand inside the frozen pond all through the night without any clothes and I'll give you 2000 gold coins. Akbar to poor Brahman. Second, how could you stand in the frozen pond in such an extreme temperature? Akbar to poor Brahman. Oh Brahman, you have cheated me. So ਇਹਦਾ ਵੀ same answer है Akbar to poor Brahman. Fourth, Your Majesty, it is impossible to get the warmth from the lights glowing so far away. Birbal to Akbar. Birbal, I considered you to be the wisest man in this country, but you have proved me wrong. Akbar to Birbal. Okay, now activity 5. What do you understand about Birbal in the story? Write 3 to 4 sentences on Birbal. ਸੋ ਤੁਸੀਂ ਇਹ ਸਟੋਰੀ ਵਿੱਚ ਬੀਰਬਲ ਬਾਰੇ ਕੀ ਸਮਝਿਆ 3 ਜਾਂ 4 ਵਾਕਾਂ ਦੇ ਵਿੱਚ ਤੁਸੀਂ ਇੱਥੇ ਲਿਖਣਾ ਹੈ ਇੱਥੇ ਮਤਲਬ ਨੋਟਬੁੱਕ ਤੇ ਓਕੇ ਮੋਬਾਈਲ ਤੇ ਨਹੀਂ ਲਿਖਣਾ ਸੋ ਤੁਸੀਂ ਆਪਣੀ ਨੋਟਬੁੱਕ ਤੇ ਨੋਟ ਕਰਨਾ ਆਪਣੇ ਆਪ ਤੁਸੀਂ ਇਹ ਆਪਣੇ ਟੀਚਰ ਨਾਲ ਵੀ ਸਲਾਹ ਕਰ ਸਕਦੇ ਹੋ ਕਿ ਵਾਟ ਡੂ ਯੂ ਅੰਡਰਸਟੈਂਡ ਅਬਾਊਟ ਬੀਰਬਲ ਇਨ ਦਾ ਸਟੋਰੀ ਤੁਸੀਂ ਕਹਿ ਸਕਦੇ ਹੋ ਕਿ ਬੀਰਬਲ ਇਜ਼ ਅ ਵਾਈਜ਼ ਮੈਨ ਹੀ ਵਾਂਟਸ ਟੂ ਹੈਲਪ ਦ ਪੂਅਰ ਬ੍ਰਾਹਮਣ ਹੀ ਡਜ਼ ਨਾਟ ਵਾਂਟ ਟੂ ਆਰਗੂ ਵਿਦ ਦ ਐਮਪਰਰ but he helped the king to realize his mistake. So ਇਦਾਂ ਦੀਆਂ ਚੀਜ਼ਾਂ ਤੁਸੀਂ ਲਿਖ ਸਕਦੇ ਹੋ ਠੀਕ now activity 6 look at the following words notice what is common in them ਨੀਚੇ ਲਿਖੇ ਹੋਏ ਸ਼ਬਦਾਂ ਵੱਲ ਦੇਖੋ notice ਯਾਨੀ ਧਿਆਨ ਦਿਓ ਕਿ ਇਹਨਾਂ ਵਿੱਚ ਸਾਂਝਾ ਕੀ ਹੈ ਚਲੋ ਆਪਾਂ ਪਹਿਲਾਂ ਪੜ੍ਹਦੇ ਹਾਂ ਫਿਰ ਤੁਹਾਨੂੰ ਇੱਕਦਮ ਪਤਾ ਚੱਲ ਜਾਏਗਾ harshly faintly mainly truly frankly ओके हाँ बिल्कुल ठीक ली सो ली जिहड़ा है ना सारे की है कॉमन है द कॉमन थिंग अबाउट द वर्ड्स अबव इज द यूज ऑफ द लेटर्स ly at the end the words can easily be divided into 2 parts word plus ली for example harsh ली
ਸੋ ਵਰਡ that end with ਲੀ are mostly adverbs। ਜਿਹੜੇ ਵੀ ਸ਼ਬਦ ਜ਼ਿਆਦਾਤਰ ਲੀ ਨਾਲ ਖਤਮ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ? ਐਡਵਰਬਸ ਹੁੰਦੇ ਹਨ। they add to the quality of the verb। ਉਹ ਕਿਸੇ ਵੀ ਕਿਰਿਆ ਦੀ ਕੁਆਲਿਟੀ ਨੂੰ ਵਧਾਉਂਦੇ ਹਨ। ਜਿਵੇਂ ਮੰਨ ਲਓ ਉਹ ਚੱਲਦਾ ਹੈ, ਇਹ ਕਿਰਿਆ ਹੋ ਗਈ, ਉਹ ਵਧੀਆ ਚੱਲਦਾ ਹੈ। ਓਕੇ, ਸੋ ਇਹ ਕੀ ਹੋ ਗਿਆ? ਐਡਵਰਬ ਹੋ ਗਿਆ। ਫॉर एग्जांपल टू स्पीक ਕੀ ਹੁੰਦਾ? ਬੋਲਣਾ। ਤੇ ਹਾਰਸ਼ਲੀ ਕੀ ਹੋ ਗਿਆ? ਐਡਵਰਬ, ਯਾਨੀ ਉਹ ਕਠੋਰਤਾ ਨਾਲ ਬੋਲਿਆ। ਐਡਵਰਬਸ ਆਫ ਮੈਨਰ ਯੂਜ਼ਲੀ ਟੇਕ ਲੀ ਆਫਟਰ ਅ ਵਰਡ। ਨਾਲ ਅਸੀਂ ਪਿਛਲੀ ਵੀਡੀਓ 'ਚ ਦੇਖਿਆ ਸੀ ਪਾਰਟਸ ਆਫ ਸਪੀਚ ਵਾਲੀ, ਜਿਹਦੇ ਵਿੱਚ ਆਪਾਂ ਐਡਵਰਬਸ ਬਾਰੇ ਪੜ੍ਹਿਆ ਸੀ। ਉਹਦੇ ਵਿੱਚ ਇੱਕ ਟਾਈਪ ਸੀ ਨਾ ਕਾਈਂਡ ਸੀ ਐਡਵਰਬ ਦੀ, ਉਹ ਕਿਹੜੀ ਸੀ? ਐਡਵਰਬਸ ਆਫ ਮੈਨਰ। ਸੋ ਐਡਵਰਬਸ ਆਫ ਮੈਨਰ ਯਾਨੀ ਕਿਸੇ ਕੰਮ ਨੂੰ ਕਰਨ ਦਾ ਤਰੀਕਾ, ਉਹਦੇ ਵਿੱਚ ਅਸੀਂ ਆਮ ਕਰਕੇ ਲੀ ਦੀ ਵਰਤੋਂ ਕਰਦੇ ਹਾਂ। ਸੋ ਐਕਸਪ੍ਰੈਸ਼ਨਸ ਆਫ ਟਾਈਮ ਸ਼ੋ ਫ੍ਰੀਕੁਐਂਸੀ ਆਫ ਐਨ ਐਕਸ਼ਨ। ਸੋ ਕੁਝ ਹਾਵ ਭਾਵ ਅਸੀਂ ਸਮੇਂ ਦੇ ਹਿਸਾਬ ਨਾਲ ਦੱਸਦੇ ਹਾਂ। ਓਕੇ, ਤੇ ਉਹ ਕੀ ਹੁੰਦਾ? ਉਹਦੇ ਨਾਲ ਸਾਨੂੰ ਪਤਾ ਚੱਲਦਾ ਕਿ ਉਸ ਕਿਰਿਆ ਦੀ ਬਾਰੰਬਾਰਤਾ ਕੀ ਹੈ, ਯਾਨੀ ਉਹ ਕਿਰਿਆ ਕਿੰਨੀ ਵਾਰ ਹੋਈ ਹੈ। ਓਕੇ, ਲੈਟਸ ਲੁੱਕ ਐਟ ਸਮ ਐਗਜ਼ਾਮਪਲਸ, ਫਿਰ ਆਪਾਂ ਇਸ ਰੂਲ ਨੂੰ ਸਮਝਾਂਗੇ। ਦ ਗਰਲਸ ਆਲਵੇਜ਼ ਗੈਟ ਲੇਟ ਫॉर ਦ ਪਾਰਟੀ। ਲੜਕੀਆਂ ਹਮੇਸ਼ਾ ਪਾਰਟੀ ਵਿੱਚ ਲੇਟ ਪਹੁੰਚਦੀਆਂ ਹਨ। ਓਕੇ, ਸੋ ਇਹਦੇ ਵਿੱਚ ਕੀ ਆ ਗਿਆ? ਆਲਵੇਜ਼ ਗੈਟ ਲੇਟ, ਹਮੇਸ਼ਾ ਲੇਟ। ਆਈ ਯੂਜ਼ਲੀ ਕੀ ਹੁੰਦਾ? ਅਕਸਰ। ਆਈ ਯੂਜ਼ਲੀ ਡੂ ਯੋਗਾ ਐਵਰੀ ਮਾਰਨਿੰਗ। ਸੋ ਇੱਥੇ ਵੀ ਕੀ ਹੋ ਗਿਆ? ਇੱਕ ਐਕਸਪ੍ਰੈਸ਼ਨ ਦਿੱਤਾ, ਹਾਵ ਭਾਵ ਦਿੱਤਾ, ਪਰ ਟਾਈਮ ਨੂੰ ਦਰਸਾਉਣ ਵਾਲੇ ਸ਼ਬਦ ਲੈ ਕੇ, ਜਿੱਦਾਂ ਆਲਵੇਜ਼ ਲੈ ਲਿਆ, ਯੂਜ਼ਲੀ ਲੈ ਲਿਆ। ਯੂਜ਼ਲੀ ਕੀ ਹੁੰਦਾ? ਆਮ ਕਰਕੇ। ਹੀ ਇਜ਼ ਆਫਨ ਲੇਟ, ਆਫਨ ਕੀ ਹੁੰਦਾ? ਅਕਸਰ। ਹੀ ਇਜ਼ ਆਫਨ ਲੇਟ ਫॉर ਵਰਕ, ਉਹ ਕੰਮ ਲਈ ਹਮੇਸ਼ਾ ਲੇਟ ਪਹੁੰਚਦਾ ਹੈ। ਮਾਈ ਡੈਂਟਿਸਟ ਟੋਲਡ ਮੀ ਟੂ ਬ੍ਰਸ਼ ਮਾਈ ਟੀਥ ਟਵਾਈਸ ਡੇਲੀ। ਰੋਜ਼ ਕਰਨਾ ਹੈ ਬ੍ਰਸ਼। ਸੋ ਡੇਲੀ ਕੀ ਹੋ ਗਿਆ? ਇੱਕ ਐਕਸਪ੍ਰੈਸ਼ਨ ਹੋ ਗਿਆ ਜਿਹੜਾ ਕਿ ਅਸੀਂ ਟਾਈਮ ਦੇ ਹਿਸਾਬ ਨਾਲ ਦੱਸ ਰਹੇ ਹਾਂ। ਸੋ ਇਹ ਵੀ ਸਾਰੇ ਕੀ ਨੇ? ਐਡਵਰਬ। ਐਡਵਰਬਸ ਆਰ ਆਫ ਮੈਨੀ ਟਾਈਪਸ ਸਚ ਐਜ਼ ਟਾਈਮ, place, manner, frequency, etc. and give information regarding how things happen, how many times, when and where. ਸੋ ਆਪਾਂ ਉੱਪਰ ਦਿੱਤੀ ਐਗਜ਼ਾਮਪਲ ਤੋਂ ਸਮਝਿਆ ਕਿ ਐਡਵਰਬਸ ਕਈ ਤਰ੍ਹਾਂ ਦੇ ਹੁੰਦੇ ਹਨ। ਜਿੱਦਾਂ ਕੁਝ ਐਡਵਰਬਸ ਸਮੇਂ ਨੂੰ ਦਰਸਾਉਂਦੇ ਹਨ, ਜਿੱਦਾਂ ਆਪਾਂ ਪੜ੍ਹਿਆ ਆਲਵੇਜ਼, ਯੂਜ਼ਲੀ, ਆਫਨ, ਡੇਲੀ। ਕੁਝ ਪਲੇਸ ਨੂੰ ਦਰਸਾਉਂਦੇ ਹਨ, ਕੁਝ ਮੈਨਰ ਨੂੰ ਦਰਸਾਉਂਦੇ ਹਨ, ਕਿਹੜੇ ਤਰੀਕੇ ਨਾਲ ਕਰਨਾ। ਓਕੇ, ਪਲੇਸ ਨੂੰ ਕਿੱਦਾਂ ਦਰਸਾਉਂਦੇ ਹਨ? ਗਰਲ ਇਜ਼ ਸਟੈਂਡਿੰਗ ਇਨਸਾਈਡ, ਵੀ ਲੜਕੀ ਖੜੀ ਤਾਂ ਹੈ ਪਰ ਕਿੱਥੇ ਖੜੀ ਆ? ਅੰਦਰ ਖੜੀ ਆ। ਸੋ ਉਹਦੇ ਕੰਮ ਦੇ ਨਾਲ ਇੱਕ ਵਿਸ਼ੇਸ਼ਣ ਜੋੜਤਾ, ਐਡਜੈਕਟਿਵ ਜੋੜਤਾ, ਪਰ ਉਹਦੇ ਕੰਮ ਦੇ ਨਾਲ ਜੋੜਿਆ। ਓਕੇ, ਸੋ ਕੀ ਬਣ ਜਾਏਗਾ? ਐਡਵਰਬ। ਸੋ ਪਲੇਸ ਨੂੰ ਵੀ ਦਰਸਾਉਣ ਵਾਲੇ ਨੂੰ ਆਪਾਂ ਐਡਵਰਬ ਕਹਾਂਗੇ। ਸੋ ਜੇ ਤੁਸੀਂ ਡਿਟੇਲ 'ਚ ਸਮਝਣਾ ਚਾਹੁੰਦੇ ਹੋ ਤੇ ਇੱਕ ਹੋਰ ਵੀਡੀਓ ਜੋ ਮੈਂ ਰੀਸੈਂਟਲੀ ਸ਼ੇਅਰ ਕੀਤੀ ਸੀ, ਉਹਦੇ ਵਿੱਚ ਜਾ ਕੇ ਤੁਸੀਂ ਐਡਵਰਬਸ ਵਾਲਾ ਚੈਪਟਰ ਅੱਛੀ ਤਰ੍ਹਾਂ ਦੇਖ ਸਕਦੇ ਹੋ, ਤਾਂ ਕਿ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸੌਖੀਆਂ ਲੱਗਣ। ਐਕਟੀਵਿਟੀ 7, ਡਿਵਾਈਡ ਦਾ ਫੋਲੋਇੰਗ ਵਰਡਸ ਇਨਟੂ 2 ਪਾਰਟਸ। ਹੁਣ ਲੀ ਵਾਲੇ ਹੈਗੇ ਨਾ, LY ਵਾਲੇ, ਸਾਰਿਆਂ ਦੇ ਨਾਲ ਲੀ ਜੋ ਹੈ ਅਲੱਗ ਕਰ ਦਿਓ। ਮੇਨ ਲੀ, ਜਨਰਲ ਲੀ, ਐਪਟ ਲੀ, ਸਟਰਨ ਲੀ, ਨੋਰਮਲ ਲੀ, ਸਡਨ ਲੀ, ਕੇਅਰਫੁਲ ਲੀ, ਰੇਅਰ ਲੀ। ਓਕੇ, ਐਕਟੀਵਿਟੀ 8, fill in the blanks with appropriate ਲੀ words given in the box। ਸੋ ਆਪਾਂ ਪਹਿਲਾਂ ਇਹਨਾਂ ਦੇ ਮੀਨਿੰਗ ਦੇਖੀਏ। ਟਰੂਲੀ ਹੁੰਦਾ ਸੱਚਾਈ ਦੇ ਨਾਲ, ਸਟਰਨਲੀ ਕਠੋਰਤਾ ਦੇ ਨਾਲ, ਫੇਅਰਲੀ ਚੰਗੇ ਤਰੀਕੇ ਨਾਲ, ਸਰਟਨਲੀ ਯਕੀਨ ਦੇ ਨਾਲ, ਕੁਆਇਟਲੀ ਚੁੱਪਚਾਪ ਕਰਕੇ। ਅਕਬਰ ਸਪੋਕ ਸਟਰਨਲੀ ਵਿਦ ਦ ਬ੍ਰਾਹਮਣ। ਦ ਐਗਜ਼ਾਮ ਵਾਜ਼ ਫੇਅਰਲੀ ਈਜ਼ੀ। ਬੀਰਬਲ ਵਾਜ਼ ਟਰੂਲੀ ਵਾਈਜ਼। You should certainly take leave from work. The student sat quietly after the teacher scolded him. Scolded ਹੁੰਦਾ ਜਦੋਂ ਝਿੜਕਿਆ ਟੀਚਰ ਨੇ। Activity 9, the following exercise will help you to understand how adverbs of frequency work. ਹੇਠਾਂ ਦਿੱਤੀ ਐਕਸਰਸਾਈਜ਼ ਤੁਹਾਨੂੰ ਇਹ ਸਿਖਾਏਗੀ ਕਿ adverbs of frequency ਕਿੱਦਾਂ ਕੰਮ ਕਰਦਾ ਹੈ। Adverbs of frequency ਯਾਨੀ ਕੋਈ ਚੀਜ਼ ਦਾ ਬਾਰ-ਬਾਰ ਘਟਣਾ, ਕੋਈ ਚੀਜ਼ ਦਾ ਬਾਰ-ਬਾਰ ਵਾਪਰਨਾ। ਚੂਜ਼ ਦਾ ਬੈਸਟ ਆਨਸਰ ਟੂ ਕੰਪਲੀਟ ਈ ਸੈਂਟੈਂਸ। ਇੱਕ ਸੈਂਟੈਂਸ ਦਿੱਤਾ, 4 ਆਪਸ਼ਨਸ ਆ, ਬੈਸਟ ਚੁਣ ਲਓ। ਓਕੇ, I dash late on weekends. So C is the right answer. I usually get up late on weekends. My father dash late for work. My father is never late for work. How often do you travel? Tim is often early for class.
When do you usually go on vacation each year? Activity 10 pair work, दो जने मिलके तुसी कर सकते हो. The following grid has some leewards. You can find them either vertically or the horizontally. So horizontally ਹੁੰਦਾ left through right ਤੇ vertically ਹੁੰਦਾ ਉੱਪਰੋਂ ਦੀ ਨੀਚੇ. Find them and write them in the blanks given below. ਨੀਚੇ blanks ਦਿੱਤੀਆਂ ਹੋਈਆਂ, ਉੱਥੇ ਤੁਸੀਂ ਉਹਨੂੰ ਲਿਖ ਸਕਦੇ ਹੋ. Teacher to explain how to do the activity. So मैं मैं करके दिखा देना, बाकी तुसी अपने आप करना. So first line देखो, CERTAINLY, certainly, certainly यानी यकीनन. So इस तरह जिन्ने भी ली वाले आ वो तुसी लभ सकते हो. सौखा तरीका ही होंदा. ली देखो कित्थे है, ओके. सो तुसी वर्टिकली भी देखना ते हॉरिजेंटली भी देखना. ਤੇ ਲੀ ਵਾਲੇ ਸ਼ਬਦ ਜਿਹੜੇ ਤੁਸੀਂ ਜਿੰਨੇ ਵੱਧ ਤੋਂ ਵੱਧ ਲੱਭ ਸਕਦੇ ਹੋ ਉਹ ਤੁਸੀਂ ਲੱਭ ਕੇ ਚਾਹੇ ਤਾਂ ਕਮੈਂਟ ਬਾਕਸ ਵਿੱਚ ਮੈਨੂੰ ਪਾ ਸਕਦੇ ਹੋ, ਮੈਂ ਵੀ ਤੁਹਾਡੇ ਚੈੱਕ ਕਰ ਲਾਂਗਾ. ਓਕੇ. ਲਰਨਿੰਗ ਟੂ ਸਪੀਕ ਐਕਟੀਵਿਟੀ 11th. 3 sets of dialogues are given below. Practice them in the class. ਹੁਣ 3 ਸੈੱਟ ਦਿੱਤੇ ਗਏ ਹਨ, ਤੁਸੀਂ ਉਹਨਾਂ ਦੀ ਪ੍ਰੈਕਟਿਸ ਕਰਨੀ ਹੈ. ਹੁਣ ਕਲਾਸ ਤਾਂ ਹੈ ਨਹੀਂ, ਇਹ ਹੁਣ ਤੁਸੀਂ ਆਪਣੇ ਘਰ ਕਰ ਸਕਦੇ ਹੋ, ਠੀਕ ਹੈ. ਸੋ ਇਹਦੇ ਵਿੱਚ ਤੁਸੀਂ ਡਾਇਲੌਗ ਤਿਆਰ ਕਰਕੇ, ਜਿਵੇਂ ਅਕਬਰ ਤੇ ਬੀਰਬਲ ਦੇ ਡਾਇਲੌਗ 2 ਕਰੈਕਟਰ ਬਣ ਗਏ. ਸੋ ਇੱਕ ਜਣਾ ਅਕਬਰ ਦੇ ਡਾਇਲੌਗ ਬੋਲ ਸਕਦਾ, ਦੂਜਾ ਬੀਰਬਲ ਦੇ ਡਾਇਲੌਗ ਬੋਲ ਸਕਦਾ. ਇਹ ਸਾਰਾ ਪੇਅਰ ਵਰਕ ਹੈ. ਤੁਸੀਂ ਇਹ ਡਾਇਲੌਗ ਯਾਦ ਕਰਕੇ ਆਪਸ ਵਿੱਚ ਬੋਲ ਸਕਦੇ ਹੋ. ਓਕੇ. ਸੋ ਨੈਕਸਟ ਐਕਟੀਵਿਟੀ ਹੈ ਲਰਨਿੰਗ ਟੂ ਰਾਈਟ, ਲਿਖਣਾ ਸਿੱਖਣਾ. So sentence, Birbal sent a messenger to the emperor saying that he would come to the court only after his khichdi gets cooked. Okay, ਇਹ ਹੁਣ ਇੱਕ ਸਟੇਟਮੈਂਟ ਹੈ. ਕਿਹੜੀ ਸਟੇਟਮੈਂਟ ਹੈ ਕਿ ਬੀਰਬਲ ਨੇ ਇੱਕ ਮੈਸੇਂਜਰ ਨੂੰ ਭੇਜਿਆ, ਇੱਕ ਸੁਨੇਹਾ ਦੇਣ ਵਾਲੇ ਨੂੰ ਭੇਜਿਆ ਅਕਬਰ ਵੱਲ ਕਿ ਭਾਈ ਮੈਂ ਤਾਂ ਨਹੀਂ ਹੁਣ ਆ ਸਕਦਾ ਜਦ ਤੱਕ ਮੇਰੀ ਖਿਚੜੀ ਨਹੀਂ ਪੱਕਦੀ. ਸੋ ਹੁਣ ਮੰਨ ਲਓ ਉਹ ਮੈਸੇਂਜਰ ਹੁਣ ਕਿਹਦੇ ਕੋਲ ਪਹੁੰਚਿਆ, ਐਮਪਰਰ ਕੋਲ, ਅਕਬਰ ਕੋਲ. ਹੁਣ ਉਹਨਾਂ ਦੇ ਵਿੱਚ ਡਾਇਲੌਗਸ ਜਿਹੜੇ ਆ ਉਹ ਤੁਸੀਂ ਉਹਦੀ ਪ੍ਰੈਕਟਿਸ ਕਰ ਸਕਦੇ ਹੋ. ਕਿਸ ਤਰ੍ਹਾਂ? ਮੈਸੇਂਜਰ ਆ ਕੇ ਬੋਲਦਾ ਅਕਬਰ ਨੂੰ, ਯੂਅਰ ਮੈਜੈਸਟੀ ਬੀਰਬਲ ਹੈਜ਼ ਸੈਂਟ ਅ ਮੈਸੇਜ, ਕਿ ਬੀਰਬਲ ਨੇ ਇੱਕ ਮੈਸੇਜ ਭੇਜਿਆ. ਅਕਬਰ ਟੂ ਮੈਸੇਂਜਰ, ਅਕਬਰ ਨੇ ਉਸ ਮੈਸੇਂਜਰ ਨੂੰ ਕਿਹਾ ਆਲ ਰਾਈਟ ਰੀਡ ਦਾ ਮੈਸੇਜ, ਠੀਕ ਹੈ ਮੈਸੇਜ ਪੜ੍ਹੋ. ਮੈਸੇਂਜਰ ਟੂ ਅਕਬਰ, ਯੂਅਰ ਮੈਜੈਸਟੀ. ਮੈਸੇਂਜਰ ਨੇ ਹੁਣ ਉਹਦਾ ਮੈਸੇਜ ਹੂ ਬਹੂ ਪੜ੍ਹਨਾ ਸ਼ੁਰੂ ਕਰਤਾ. ਮਹਾਰਾਜ ਮੈਂ ਖਿਚੜੀ ਪਕਾ ਰਿਹਾ ਹਾਂ, ਆਈ ਵਿਲ ਕਮ ਟੂ ਦਾ ਕੋਰਟ ਵੈਨ ਇਟ ਗੈਟਸ ਕੁਕਡ, ਜਦੋਂ ਖਿਚੜੀ ਪੱਕ ਜਾਏਗੀ ਤਾਂ ਮੈਂ ਆ ਜਾਵਾਂਗਾ. ਸੋ ਇਸ ਤਰ੍ਹਾਂ ਦੇ ਕਿੰਨੇ ਡਾਇਲੌਗਸ ਆ ਜਿਹੜੇ ਤੁਸੀਂ ਇਹਦੀ ਪ੍ਰੈਕਟਿਸ ਕਰ ਸਕਦੇ ਹੋ. ਸੋ ਲਰਨਿੰਗ ਟੂ ਯੂਜ਼ ਲੈਂਗੁਏਜ ਐਕਟੀਵਿਟੀ 13 ਹੈ. ਗਰੁੱਪ ਵਰਕ ਤੁਸੀਂ ਇਕੱਠੇ ਹੋ ਕੇ ਕਰ ਸਕਦੇ ਹੋ. ਸੋ ਇਹਦੇ ਵਿੱਚ ਕਰਨਾ ਕੀ ਹੈ, ਸਟੂਡੈਂਟਸ ਵਿਲ ਡੂ ਦਿਸ ਐਕਟੀਵਿਟੀ ਇਨ ਅ ਗਰੁੱਪ ਆਫ 4 or 5. 4 ਜਾਂ 5 ਜਣੇ ਇਕੱਠੇ ਹੋ ਕੇ ਇਹ ਐਕਟੀਵਿਟੀ ਕਰ ਸਕਦੇ ਹੋ. ਲੈਟ ਅਸ ਰਾਈਟ ਅ ਸਮਾਲ ਪੈਰਾਗ੍ਰਾਫ. ਆਓ ਮਿਲ ਕੇ ਇੱਕ ਛੋਟਾ ਪੈਰਾਗ੍ਰਾਫ ਆਪਣੇ ਆਪ ਲਿਖੀਏ. The topic is a visit to a hill station. Read the questions given below and answer them in complete sentences. ਨੀਚੇ ਕੁਐਸਚਨ ਦਿੱਤੇ ਹੋਏ ਨੇ, ਉਹਨਾਂ ਦਾ ਆਨਸਰ ਦੇਈ ਜਾਓ. ਤੁਹਾਡਾ ਪੈਰਾਗ੍ਰਾਫ ਆਪਣੇ ਆਪ ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ. ਸਭ ਤੋਂ ਪਹਿਲਾ ਕੁਐਸਚਨ, where did you go? ਜਵਾਬ ਕੀ ਆਏਗਾ? I went to Shimla. Who do you go with? ਤੁਸੀਂ ਕਿਹਦੇ ਨਾਲ ਗਏ? I went with my parents ਜਾਂ I went with my family. How did you reach there? ਤੁਸੀਂ ਉੱਥੇ ਪਹੁੰਚੇ ਕਿੱਦਾਂ? ਠੀਕ ਹੈ. ਤੁਸੀਂ ਉੱਥੇ ਕਹਿ ਸਕਦੇ ਹੋ we reached there by bus. How long did it take? ਕਿੰਨਾ ਟਾਈਮ ਲਗਾਇਆ? ਤੁਸੀਂ ਉੱਥੇ ਕਹੋਗੇ it took 5 hours. Where did you stay? ਤੁਸੀਂ ਕਿੱਥੇ ਰੁਕੇ? We stayed in a hotel. What did you do during the day? ਤੁਸੀਂ ਸਾਰੇ ਦਿਨ ਦੌਰਾਨ ਕੀ ਕੀਤਾ? We visited many tourist places there. What did you do at night? ਰਾਤ ਨੂੰ ਤੁਸੀਂ ਕੀ ਕੀਤਾ? We did shopping and took dinner at night. How was your trip? Our trip was mind-blowing. So ਹੁਣ ਤੁਸੀਂ ਕਰਨਾ ਇਹ ਸਾਰੇ questions ਛੱਡ ਦਿਓ, ਜਿਹੜੇ ਤੁਸੀਂ ਆਨਸਰਸ ਲਿਖੇ ਆ ਉਹਨਾਂ ਨੂੰ ਬਿਨਾਂ 1 2 3 ਪਾਏ ਇੱਥੇ ਤੁਸੀਂ ਲਿਖ ਸਕਦੇ ਹੋ. ਸੋ ਇਹ ਤੁਹਾਡਾ ਲੈਸਨ ਕੰਪਲੀਟ ਹੋ ਗਿਆ. ਸੋ ਤੁਸੀਂ ਕਾਫੀ ਜ਼ਿਆਦਾ ਇੰਜੋਏ ਕੀਤਾ ਹੋਵੇਗਾ ਪੜ੍ਹਦੇ ਪੜ੍ਹਦੇ. ਜਿਹੜੀਆਂ ਚੀਜ਼ਾਂ ਨਹੀਂ ਸਮਝ ਆਈਆਂ ਹੌਲੀ ਹੌਲੀ ਬਾਰ-ਬਾਰ ਜਦੋਂ ਤੁਸੀਂ ਇਹ ਲੈਸਨ ਸੁਣੀ ਜਾਓਗੇ ਜਾਂ ਜਿਹੜੀ ਚੀਜ਼ ਨਹੀਂ ਸਮਝ ਆਈ ਉਹਨੂੰ ਬਾਰ-ਬਾਰ ਦੇਖੋਗੇ. ਸੋ ਇਸ ਵੀਡੀਓ ਦਾ ਤੁਹਾਨੂੰ ਇਹ ਫਾਇਦਾ ਹੋ ਜਾਂਦਾ ਕਿ ਕਈ ਵਾਰ ਅਸੀਂ ਜਦੋਂ ਟੀਚਰ ਕੋਲ ਸਮਝਦੇ ਹਾਂ ਸਾਨੂੰ ਚੀਜ਼ ਨਹੀਂ ਸਮਝ ਆਉਂਦੀ ਤੇ ਅਸੀਂ ਕਈ ਵਾਰ ਟੀਚਰ ਕੋਲੋਂ ਪੁੱਛਣ ਤੇ ਝਿਜਕ ਜਾਂਦੇ ਹਾਂ. ਸੋ ਵੀਡੀਓ ਦਾ ਇਹ ਫਾਇਦਾ ਕਿ ਜਿੰਨੀ ਵਾਰ ਮਰਜ਼ੀ ਤੁਸੀਂ ਇਹਨੂੰ ਰੀਪਲੇ ਕਰਕੇ ਦੇਖੀ ਜਾਓ, ਸੁਣੀ ਜਾਓ. ਮੈਂ ਕਦੀ ਵੀ ਗੁੱਸਾ ਨਹੀਂ ਕਰਾਂਗਾ. ਥੈਂਕ ਯੂ ਵੈਰੀ ਮਚ. ਮਿਲਦੇ ਹਾਂ ਅਗਲੀ ਵੀਡੀਓ 'ਚ.